ਲੇਖ ਨਿਬੰਧ ਗਲੋਬਲ ਵਾਰਮਿੰਗ ਭੂਮਿਕਾ। ਵਾਤਾਵਰਣ ਦਾ ਅਰਥ ਹੈ ਸਾਡਾ ਆਲਾ ਦੁਆਲਾ ਜਾਂ ਚੌਗਿਰਦਾ ਜਿਸ ਵਿੱਚ ਮਨੁੱਖ ਰਹਿੰਦਾ ਹੈ। ਵਾਤਾਵਰਣ ਦੇ ਦੂਸਰੇ ਅੰਗ ਜੀਵ ਅਤੇ ਵਨਸਪਤੀ ਮਨੁੱਖ ਨੂੰ ਪ੍ਰਭਾਵਿਤ ਵੀ ਕਰਦੇ ਹਨ ਅਤੇ ਇਸ ਤੋਂ ਪ੍ਰਭਾਵਿਤ ਵੀ ਹੁੰਦੇ ਹਨ। ਪੁਰਾਤਨ ਸਮੇਂ ਵਿੱਚ ਮਨੁੱਖ ਦਾ ਜੀਵਨ ਪੂਰੀ ਤਰ੍ਹਾਂ ਕੁਦਰਤੀ ਵਾਤਾਵਰਣ 'ਤੇ ਨਿਰਭਰ ਸੀ, ਪਰੰਤੂ ਜਿਉਂ-ਜਿਉਂ ਮਨੁੱਖੀ ਸੱਭਿਅਤਾ ਨੇ ਤਰੱਕੀ ਕੀਤੀ ਇਸ ਕੁਦਰਤੀ ਵਾਤਾਵਰਣ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਬਦਲਣ ਲੱਗ ਪਿਆ, ਜਿਸ ਕਰਕੇ ਮਨੁੱਖ ਅਤੇ ਕੁਦਰਤੀ ਵਾਤਾਵਰਣ ਵਿੱਚ ਜੋ ਕੁਦਰਤੀ ਸਾਂਝ ਸੀ ਉਹ ਅੱਜ ਪੂਰੀ ਤਰ੍ਹਾਂ ਬਦਲ ਗਈ ਹੈ। ਜਦੋਂ ਤੋਂ ਮਨੁੱਖ ਨੇ ਆਪਣੀਆਂ ਲੋੜਾਂ ਚੌਗਿਰਦੇ ਤੋਂ ਪੂਰੀਆਂ ਕਰਨੀਆਂ ਸ਼ੁਰੂ ਕੀਤੀਆਂ, ਉਦੋਂ ਤੋਂ ਹੀ ਕੁਦਰਤੀ ਵਾਤਾਵਰਣ ਨਾਲ ਛੇੜਛਾੜ ਸ਼ੁਰੂ ਹੋ ਗਈ। ਇਸ ਤੋਂ ਬਾਅਦ ਖੇਤੀਬਾੜੀ, ਉਦਯੋਗਿਕ ਕ੍ਰਾਂਤੀਕਾਰੀ ਅਤੇ ਵੱਧਦੀ ਹੋਈ ਆਬਾਦੀ ਦੀਆਂ ਰੋਜ਼ਾਨਾ ਲੋੜਾਂ ਨੇ ਕੁਦਰਤੀ ਵਾਤਾਵਰਣ ਤੇ ਮਨੁੱਖ ਦੇ ਸੰਬੰਧ ਨੂੰ ਬਿਲਕੁਲ ਹੀ ਬਦਲ ਦਿੱਤਾ। ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਜੰਗਲਾਂ ਦਾ ਵਿਨਾਸ਼ ਕਰ ਰਿਹਾ ਹੈ। ਵਾਯੂਮੰਡਲ ਅਤੇ ਜੀਵਨ। ਵਾਯੂਮੰਡਲ ਤੋਂ ਭਾਵ ਗੈਸਾਂ ਦਾ ਉਹ ਮਿਸ਼ਰਣ ਜੋ ਇੱਕ ਗਲਾਫ ਵਾਂਗ ਧਰਤੀ ਦੇ ਆਲੇ ਦੁਆਲੇ ਲਿਪਟਿਆ ਹੋਇਆ ਹੈ। ਜਨਮ ਸਮੇਂ ਧਰਤੀ ਗੈਸਾਂ ਦਾ ਇੱਕ ਗੋਲਾ ਸੀ। ਇਸ ਦੀ ਉੱਪਰਲੀ ਤਹਿ ਠੰਡੀ ਹੋਣ ਨਾਲ ਸਖਤ ਰੂਪ ਧਾਰਨ ਕਰ ਗਈ। ਧਰਤੀ ਅੰਦਰ ਹੋਣ ਵਾਲੀਆਂ ਰਸਾਇਣਿਕ ਕਿਰਿਆਵਾਂ ਦੁਆਰਾ ਧਰਤੀ ਵਿਚਲੀਆਂ ਗੈਸਾਂ ਹੌਲੀ-ਹੌਲੀ ਬਾਹਰ ਨਿਕਲਦੀਆਂ ਗਈਆਂ ਤੇ ਇਸ ਦੀ ਗੁਰੁਤਾ ਖਿੱਚ ਕਾਰਨ ਇਸ ਦੇ ਆਲੇ ਦੁਆਲੇ ਲਿਪਟਦੀਆਂ ਗਈਆਂ। ਇੰਜ ਵਾਯੂਮੰਡਲ ਦਾ ਜਨਮ ਹੋਇਆ। ਵਾਯੂਮੰਡਲ ਤੋਂ ਬਿਨਾਂ ਧਰਤੀ ਉੱਪਰ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਵਾਯੂਮੰਡਲ ਵਿੱਚ ਮੌਜੂਦ ਗੈਸਾਂ ਧਰਤੀ ਉੱਪਰ ਜੀਵਨ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦੀਆਂ ਹਨ। ਜਿਵੇਂ ਰੁੱਖ ਬੂਟੇ ਵਾਯੂਮੰਡਲ ਵਿੱਚੋਂ ਕਾਰਬਨ ਡਾਈਆਕਸਾਈਡ ਲੈਂਦੇ ਹਨ ਤੇ ਆਕਸੀਜਨ ਛੱਡਦੇ ਹਨ ਤੇ ਜੀਵ ਆਕਸੀਜਨ ਲੈਂਦੇ ਹਨ ਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਨ। ਅਜਿਹੀ ਦੋਹਰੀ ਪ੍ਰਕਿਰਿਆ ਧਰਤੀ ਉੱਤੇ ਜੀਵਨ ਦਾ ਸੰਤੁਲਨ ਬਣਾਈ ਰੱਖਦੀ ਹੈ। ਪ੍ਰਦੂਸ਼ਣ। ਧਰਤੀ ਦਾ ਵਾਯੂਮੰਡਲ ਵੱਖ-ਵੱਖ ਗੈਸਾਂ ਦਾ ਮਿਸ਼ਰਣ ਹੈ, ਜਿਸ ਵਿੱਚ ਹਰ ਇੱਕ ਗੈਸ ਨਿਸ਼ਚਿਤ ਮਾਤਰਾ ਵਿੱਚ ਹੈ, ਜੋ ਧਰਤੀ ਉੱਪਰ ਮੌਜੂਦ ਜੀਵਨ ਦੀ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰਦੀ ਹੈ। ਇਨ੍ਹਾਂ ਗੈਸਾਂ ਦੇ ਮਿਸ਼ਰਣ ਵਿੱਚੋਂ ਕਿਸੇ ਇੱਕ ਗੈਸ ਦੀ ਮਾਤਰਾ ਦੇ ਵਧਣ ਜਾਂ ਘਟਣ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਜਾਂਦਾ ਹੈ, ਜਿਸ ਨਾਲ ਧਰਤੀ ਉੱਪਰਲਾ ਜੀਵਨ ਖਤਰੇ ਵਿੱਚ ਪੈ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਓਜ਼ੋਨ ਦੀ ਪਰਤ ਘਟਣ ਨਾਲ ਸੂਰਜ ਦੀ ਪਰਾਬੈਂਗਨੀ ਕਿਰਨਾਂ ਧਰਤੀ ਉੱਤੇ ਵਧੇਰੇ ਮਾਤਰਾ ਵਿੱਚ ਪਹੁੰਚਣਗੀਆਂ, ਜਿਸ ਨਾਲ ਧਰਤੀ ਦਾ ਵਾਯੂਮੰਡਲ ਗਰਮ ਹੋ ਜਾਵੇਗਾ ਤੇ ਮਨੁੱਖ ਜੀਵਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਗਲੋਬਲ ਵਾਰਮਿੰਗ। ਧਰਤੀ ਸੂਰਜ ਦੀਆਂ ਕਿਰਨਾਂ ਤੋਂ ਗਰਮੀ ਪ੍ਰਾਪਤ ਕਰਦੀ ਹੈ। ਗਰਮ ਹੋਣ ਤੋਂ ਬਾਅਦ ਇਹ ਸਾਰੀ ਗਰਮੀ ਵਾਪਸ ਛੱਡ ਦਿੰਦੀ ਹੈ। ਕਾਰਬਨ ਡਾਈਆਕਸਾਈਡ, ਮੀਥੇਨ, ਓਜ਼ੋਨ ਆਦਿ ਗੈਸਾਂ ਇਸ ਵਾਪਸ ਜਾ ਰਹੀ ਗਰਮੀ ਨੂੰ ਆਪਣੇ ਵਿੱਚ ਸਮਾ ਲੈਂਦੀਆਂ ਹਨ। ਇਸੇ ਲਈ ਇਹਨਾਂ ਨੂੰ ਗ੍ਰੀਨ ਹਾਊਸ ਪ੍ਰਭਾਵ ਕਿਹਾ ਜਾਂਦਾ ਹੈ। ਇਸ ਤਾਪਮਾਨ ਵਧਣ ਨੂੰ ਹੀ ਵਿਸ਼ਵ ਤਾਪੀਕਰਨ ਜਾਂ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ। ਗ੍ਰੀਨ ਹਾਊਸ ਸ਼ੀਸ਼ ਘਰ ਵੀ ਕਿਹਾ ਜਾਂਦਾ ਹੈ। ਗ੍ਰੀਨ ਹਾਊਸ ਦੇ ਪ੍ਰਭਾਵ ਦਾ ਅਰਥ ਹੈ ਕਾਰਬਨ ਡਾਈਆਕਸਾਈਡ ਦੇ ਪ੍ਰਭਾਵ ਨਾਲ ਧਰਤੀ ਉੱਪਰ ਲਗਾਤਾਰ ਤਾਪਮਾਨ ਦਾ ਵਧਣਾ। ਵਾਯੂਮੰਡਲ ਵਿੱਚ ਗਰਮੀ ਦਾ ਸੰਤੁਲਨ ਬਣਾਈ ਰੱਖਣ ਦੀ ਮੁੱਖ ਭੂਮਿਕਾ, ਕਿਉਂਕਿ ਸੂਰਜ ਦੀਆਂ ਕਿਰਨਾਂ ਧਰਤੀ ਤੱਕ ਪਹੁੰਚਦੀਆਂ ਹਨ, ਪਰ ਇਹ ਗੈਸ ਗਰਮੀ ਨੂੰ ਵਾਪਸ ਨਹੀਂ ਜਾਣ ਦਿੰਦੀ, ਭਾਵ ਕਾਰਬਨ ਡਾਈਆਕਸਾਈਡ ਧਰਤੀ ਤੋਂ ਵਾਪਸ ਹੋਣ ਵਾਲੀ ਗਰਮੀ ਨੂੰ ਰੋਕਦੀ ਹੈ ਤਾਂ ਵਿਸ਼ਵ ਵਿੱਚ ਜ਼ਿਆਦਾ ਗਰਮੀ ਦਾ ਕਾਰਨ ਬਣਦੀ ਹੈ। ਜਲਣਸ਼ੀਲ ਪਦਾਰਥਾਂ, ਵਾਹਨਾਂ, ਹਵਾਈ ਜਹਾਜ਼ਾਂ ਆਦਿ ਰਾਹੀਂ ਕਾਰਬਨ ਡਾਈਆਕਸਾਈਡ ਗੈਸ ਵਾਯੂਮੰਡਲ ਵਿੱਚ ਫੈਲਦੀ ਹੈ। ਇਸ ਨਾਲ ਗਰਮੀ ਵੱਧਦੀ ਹੈ। ਗਲੋਬਲ ਵਾਰਮਿੰਗ ਦੇ ਕਾਰਨ। ਗਲੋਬਲ ਵਾਰਮਿੰਗ ਦੇ ਕਾਰਨ ਇਹ ਹਨ। ਨੰਬਰ 1, ਜੰਗਲਾਂ ਦੀ ਅੰਨ੍ਹੇਵਾਹ ਕਟਾਈ। ਅੱਜ ਦਾ ਮਨੁੱਖ ਵਿਕਾਸ ਦੇ ਨਾਂ 'ਤੇ ਜੰਗਲਾਂ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਦਾ ਜਾ ਰਿਹਾ ਹੈ। ਪੌਦੇ ਸੂਰਜ ਦੀ ਗਰਮੀ ਤੋਂ ਆਪਣਾ ਭੋਜਨ ਤਿਆਰ ਕਰਦੇ ਹਨ ਤੇ ਕਾਰਬਨ ਡਾਈਆਕਸਾਈਡ ਗੈਸ ਜਜ਼ਬ ਕਰਦੇ ਹਨ ਤੇ ਆਕਸੀਜਨ ਗੈਸ ਛੱਡਦੇ ਹਨ। ਪਰ ਜੇਕਰ ਰੁੱਖ ਹੀ ਨਾ ਰਹੇ ਤਾਂ ਕਾਰਬਨ ਡਾਈਆਕਸਾਈਡ ਦੀ ਖਪਤ ਕਿੱਥੇ ਹੋਵੇਗੀ?
ਬਾਲਣਸ਼ੀਲ ਪਦਾਰਥ। ਉਦਯੋਗਾਂ ਦੇ ਸ਼ਹਿਰੀ ਖੇਤਰਾਂ ਵਿੱਚ ਵਾਧਾ। ਉਦਯੋਗਾਂ ਤੇ ਮੋਟਰ ਗੱਡੀਆਂ ਵਿੱਚ ਬਲਦੇ ਹੋਏ ਬਾਲਣ, ਲੱਕੜੀ, ਗੋਬਰ, ਕੋਲਾ, ਪੈਟਰੋਲੀਅਮ, ਸਮੁੰਦਰੀ ਜਹਾਜ਼ਾਂ ਦਾ ਧੂੰਆਂ, ਹਵਾਈ ਜਹਾਜ਼ਾਂ ਦਾ ਧੂੰਆਂ, ਥਰਮਲ ਹਾਈ ਪਾਵਰ ਪਲਾਂਟ, ਉਦਯੋਗਿਕ ਇਕਾਈਆਂ ਆਦਿ ਦੁਆਰਾ ਕਾਰਬਨ ਡਾਈਆਕਸਾਈਡ ਗੈਸ ਵੱਧ ਰਹੀ ਹੈ। ਗਲੋਬਲ ਵਾਰਮਿੰਗ ਦੇ ਪ੍ਰਭਾਵ। ਵਿਸ਼ਵ ਤਾਪੀਕਰਨ ਵਿੱਚ ਵਾਧਾ ਇੱਕਦਮ ਨਹੀਂ ਹੁੰਦਾ। ਇਸ ਦਾ ਪ੍ਰਭਾਵ ਸਭ ਤੋਂ ਖਤਰਨਾਕ ਅਤੇ ਹਾਨੀਕਾਰਕ ਹੁੰਦਾ ਹੈ, ਜੋ ਸਾਡੇ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਹਾਨੀਕਾਰਕ ਹੈ। ਇਸ ਦੇ ਪ੍ਰਭਾਵ ਨਾਲ ਸੰਸਾਰ ਵਿੱਚ ਫਸਲਾਂ ਉਤਪਾਦਨ ਘਟ ਜਾਵੇਗਾ। ਲਗਾਤਾਰ ਵਧ ਰਹੇ ਤਾਪਮਾਨ, ਧਰੁਵੀ ਖੇਤਰਾਂ ਤੇ ਪਰਬਤਾਂ 'ਤੇ ਸਥਿਤ ਗਲੇਸ਼ੀਅਰ ਪਿਘਲ ਜਾਣਗੇ। ਇਸ ਨਾਲ ਸਮੁੰਦਰੀ ਤਲ ਉੱਚਾ ਹੋ ਜਾਵੇਗਾ। ਇਸ ਨਾਲ ਮਾਰੂਥਲ ਖੇਤਰ ਵਧੇਗਾ। ਸ਼ੀਤ ਉਸ਼ਣ ਖੇਤਰ ਵਿੱਚ ਗਰਮੀ ਵੀ ਵੱਧ ਜਾਵੇਗੀ। ਇਸ ਨਾਲ ਬਿਮਾਰੀਆਂ ਫੈਲ ਜਾਣਗੀਆਂ, ਖਾਸ ਕਰਕੇ ਸਾਹ ਦੀਆਂ ਬਿਮਾਰੀਆਂ, ਮਲੇਰੀਆ ਆਦਿ ਵੱਧ ਜਾਣਗੀਆਂ। ਵਧਦੇ ਤਾਪਮਾਨ ਕਰਕੇ ਗਰਮੀ ਵਿੱਚ ਅਤੀ ਗਰਮੀ ਦੇ ਸਰਦੀਆਂ ਤੇ ਅਤੀ ਸਰਦੀ ਜਾਂ ਗਰਮੀਆਂ ਵਿੱਚ ਵੀ ਸਰਦੀ ਤੇ ਅਤੀ ਸਰਦੀਆਂ ਵਿੱਚ ਵੀ ਗਰਮੀ ਵਾਲਾ ਮੌਸਮ ਹੋ ਸਕਦਾ ਹੈ। ਇਸ ਨਾਲ ਚੱਕਰਵਾਤੀ ਤੇ ਹੋਰ ਤੂਫਾਨ ਆ ਸਕਦੇ ਹਨ, ਜੋ ਕਿ ਭਿਆਨਕ ਤਬਾਹੀ ਮਚਾ ਸਕਣ ਦੇ ਸਮਰੱਥ ਹੋਣਗੇ। ਇੰਝ ਵਰਖਾ ਅਤੇ ਜਲ ਚੱਕਰ ਵੀ ਬਦਲ ਜਾਵੇਗਾ। ਖੁਸ਼ਕ ਖੇਤਰਾਂ ਵਿੱਚ ਭਾਰੀ ਵਰਖਾ ਹੋ ਜਾਵੇਗੀ ਜਾਂ ਵਰਖਾ ਵਾਲੇ ਖੇਤਰ ਖੁਸ਼ਕ ਹੋ ਜਾਣਗੇ। ਭਾਵ ਕਿ ਵਾਤਾਵਰਣ ਸੰਬੰਧੀ ਅਨੇਕਾਂ ਸਮੱਸਿਆਵਾਂ ਹੋ ਸਕਦੀਆਂ ਹਨ। ਵਿਸ਼ਵ ਪੱਧਰ 'ਤੇ ਤਾਪਮਾਨ ਵਿੱਚ ਵਾਧੇ ਨਾਲ ਬਰਫ਼ ਪਿਘਲਣ, ਹੜ੍ਹ ਆਉਣ ਅਤੇ ਸੋਕਾ ਪੈਣ, ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਗਤੀ ਵਿੱਚ ਵਾਧਾ, ਕਈ ਖੇਤਰ ਦੇ ਦੇਸ਼ ਡੁੱਬਣ, ਸਮੁੰਦਰੀ ਜਲ ਪੱਧਰ, ਜੀਵ ਵਿਭਿੰਨਤਾ, ਰਹਿਣ ਸਹਿਣ ਦੇ ਸਿਧਾਂਤ, ਤਾਪਕ੍ਰਮ ਦੇ ਵਧਣ ਆਦਿ ਦਾ ਖਤਰਾ ਵੱਧ ਗਿਆ ਹੈ। ਅਸਲ ਵਿੱਚ ਇਹ ਪ੍ਰਕਿਰਿਆਵਾਂ ਸ਼ੁਰੂ ਹੋ ਚੁੱਕੀਆਂ ਹਨ, ਜਲਦ ਹੀ ਖਤਰਨਾਕ ਰੂਪ ਧਾਰਨ ਕਰਨ ਜਾ ਰਹੀਆਂ ਹਨ। ਓਜ਼ੋਨ ਪਰਤ ਵਿੱਚ ਛੇਕ ਹੋ ਰਹੇ ਹਨ। ਮਨੁੱਖ ਦੁਆਰਾ ਪੈਦਾ ਕੀਤੇ ਜ਼ਹਿਰੀਲੇ ਤੱਤ ਜਾਂ ਗੈਸਾਂ ਇਸ ਪਰਤ ਨੂੰ ਕਾਫੀ ਨੁਕਸਾਨ ਪਹੁੰਚਾ ਰਹੇ ਹਨ। ਇਹ ਗੈਸਾਂ ਅੰਤਰਿਕਸ਼ ਜਹਾਜ਼ਾਂ ਤੇ ਏਸੀ ਆਦਿ ਤੋਂ ਨਿਕਲ ਰਹੀਆਂ ਹਨ। ਗਲੋਬਲ ਵਾਰਮਿੰਗ ਨੂੰ ਘੱਟ ਕਰਨ ਦੇ ਤਰੀਕੇ। ਪਦਾਰਥ ਬਾਲਣਾਂ ਦੀ ਵਰਤੋਂ ਤੋਂ ਘੱਟ ਕਰਨ ਨਾਲ ਵੱਧ ਰਹੇ ਤਾਪਮਾਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਜੰਗਲਾਂ ਦੀ ਕਟਾਈ 'ਤੇ ਰੋਕ ਲਾਉਣੀ ਚਾਹੀਦੀ ਹੈ। ਨਦੀਆਂ 'ਤੇ ਛੋਟੇ ਬੰਨ੍ਹ ਲਾਏ ਜਾਣ। ਬੰਨ੍ਹਾਂ 'ਤੇ ਕੰਟਰੋਲ। ਘੱਟ ਗਰਮੀ ਪੈਦਾ ਕਰਨ ਵਾਲੇ ਬਾਲਣ ਦੀ ਵਰਤੋਂ ਅੰਨ੍ਹੇਵਾਹ ਹੋ ਰਹੀ ਹੈ। ਵਧਦੇ ਤਾਪਮਾਨ ਦੇ ਬੁਰੇ ਪ੍ਰਭਾਵ ਨੂੰ ਰੋਕਣ ਲਈ ਪਹਿਲਾਂ ਹੀ ਠੋਸ ਕਦਮ ਚੁੱਕਣੇ ਚਾਹੀਦੇ ਹਨ। ਵੱਧ ਤੋਂ ਵੱਧ ਹਵਾ ਸ਼ਕਤੀ, ਸੂਰਜ ਸ਼ਕਤੀ, ਲਹਿਰਾਂ, ਪਾਣੀ ਤੇ ਭੂਮੀਗਤ ਤਾਪ ਸ਼ਕਤੀ ਆਦਿ ਸਰੋਤਾਂ ਨੂੰ ਵਿਕਸਿਤ ਕਰਨਾ ਚਾਹੀਦਾ ਹੈ। ਸਾਰਾਂਸ਼। ਗਲੋਬਲ ਵਾਰਮਿੰਗ ਇੱਕ ਗੰਭੀਰ ਸਮੱਸਿਆ ਹੈ। ਜੇਕਰ ਅਸੀਂ ਇਸ ਵੱਲ ਧਿਆਨ ਨਾ ਦਿੱਤਾ ਤਾਂ ਇਹ ਵਿਗਾੜ ਸੱਚਮੁੱਚ ਜੀਵਨ ਨੂੰ ਤਬਾਹੀ ਦੇ ਕੰਢੇ 'ਤੇ ਲੈ ਜਾਵੇਗਾ ਤੇ ਧਰਤੀ ਉੱਤੇ ਵਿਕਸਿਤ ਸੱਭਿਅਤਾ ਦਾ ਪਲਾਂ ਵਿੱਚ ਹੀ ਨਾਸ਼ ਹੋ ਜਾਵੇਗਾ।